ਚੱਲਣਾ ਚਾਹੁੰਦੇ ਨੇ ਮੁੱਖ ਮੰਤਰੀ ਸਾਹਿਬ ਮੋਦੀ ਸਾਹਿਬ ਵਾਲੇ ਰਾਹ ਪ੍ਰਾਈਵੇਟਾਈਜੇਸ਼ਨ ਵਾਲੇ ਪਾਸੇ। ਉਹ ਚਾਹੇ ਖੇਤੀ ਆਰਡੀਨੈਂਸਿਸ ਨੇ ਤੇ ਚਾਹੇ ਬਿਜਲੀ ਇਲੈਕਟ੍ਰਿਸਿਟੀ ਅਮੈਂਡਮੈਂਟ ਐਕਟ ਹੈ, ਚੱਲਣਾ ਉਸ ਰਾਹ ਚਾਹੁੰਦੇ ਨੇ। ਪਰ ਮੋਢਾ ਉਹ ਕਦੇ ਮਨਟੇਕ ਸਿੰਘ ਆਹਲੂਵਾਲੀਆ ਜੀ ਦਾ ਭਾਲਦੇ ਨੇ ਤੇ ਕਦੇ ਆਪਦੇ ਵਿਭਾਗੀ ਅਫਸਰਾਂ ਦਾ ਭਾਲਦੇ ਨੇ। ਜਾਂ ਤਾਂ ਸਪਸ਼ਟ ਕਰਨਾ ਕਿ ਮੈਂ ਤਾਂ ਇਹ ਕਰੂੰਗਾ, ਪੰਜਾਬ ਦੇ ਲੋਕ ਆਪਦੇ ਨੇ, ਜਾਂ ਸਪਸ਼ਟ ਕਰਨ ਵੀ ਮੈਨੂੰ ਤਾਂ ਇਹ ਮਨਜ਼ੂਰ ਨਹੀਂ ਹੈ, ਮੈਂ ਤਾਂ ਆਪਦੇ ਪੰਜਾਬ ਦੇ ਲੋਕਾਂ ਨਾਲ ਜਿਹੜਾ ਮੈਨੀਫੈਸਟੋ ਦੇ ਵਿੱਚ ਵਾਅਦੇ ਕੀਤੇ ਸੀਗੇ ਔਰ ਜਿਹਨੂੰ ਰਿਲੀਜ਼ ਡਾਕਟਰ ਮਨਮੋਹਨ ਸਿੰਘ ਜੀ ਉਹਨਾਂ ਨੇ ਕੀਤਾ ਸੀਗਾ, ਮੈਂ ਉਹਦੇ ਮੁਤਾਬਕ ਚੱਲਣਾ। ਸੋ ਦੋਨਾਂ ਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ, ਕਰਨੀ ਔਰ ਕਥਨੀ ਦੇ ਵਿੱਚ। ਇੰਡਸਟਰੀਅਲ ਪਾਰਕ ਕਹਿਣ ਨੂੰ ਹੈ, ਮੁੜ ਕੇ ਤਾਂ ਇਹਨਾਂ ਨੇ ਪਲਾਟ ਕੱਟ ਕੇ ਉਹ ਭੂ ਮਾਫੀਆ ਦੇ ਜ਼ਰੀਏ ਉਹ ਵੇਚਣਾ ਹੀ ਹੈ, ਖਾਣਾ ਹੀ, ਉਹਨਾਂ ਨੂੰ ਹੋਰ ਕੱਖ ਨਹੀਂ ਕਰਨਾ ਹੈਗਾ। ਪਹਿਲਾਂ ਤਾਂ ਅਕਾਲੀ 10 ਸਾਲ ਪੰਜਾਬ ਨੂੰ ਲੁੱਟਦੇ ਤੇ ਕੁੱਟਦੇ ਰਹੇ, ਹੁਣ 4 ਕਦਮ ਗਾਂਹ ਹੋ ਕੇ ਤੁਸੀਂ ਲੁੱਟਣ ਲੱਗੇ ਹੋਏ ਹੋ। ਇਹ ਕੰਮ ਨਾ ਕਰੋ ਜੇ ਪੰਜਾਬ ਦੀ ਆਉਣ ਵਾਲੀ ਪੀੜ੍ਹੀ ਬਚਾਉਣੀ ਹੈ, ਜੇ ਪੰਜਾਬ ਦੀ ਇਕਨੋਮੀ ਨੂੰ ਬਚਾਉਣਾ ਹੈ। ਹਾਥੀ ਕੇ ਦੰਦ ਖਾਣੇ ਕੇ ਔਰ ਦਿਖਾਣੇ ਕੇ ਔਰ, ਇਹ ਉਹੀ ਮੁੱਖ ਮੰਤਰੀ ਮਹਾਰਾਜਾ ਅਮਰਿੰਦਰ ਸਿੰਘ ਨੇ ਜਿਨ੍ਹਾਂ ਨੇ ਆਪਣੇ ਮੈਨੀਫੈਸਟੋ 'ਚ ਵਾਅਦਾ ਕੀਤਾ ਸੀ ਕਿ ਅਸੀਂ ਘਰ ਘਰ ਨੌਕਰੀ ਦੇ ਦਾਂਗੇ। ਹੁਣ ਘਰ ਘਰ ਨੌਕਰੀ ਤਾਂ ਕੀ ਦੇਣੀ ਸੀਗੀ, ਤੇ ਹੁਣ ਉਸ ਰਾਹ ਪੈ ਗਏ ਕਿ ਜਿਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਿਸੇ ਨੂੰ ਨੌਕਰੀਆਂ ਦੇਣੀਆਂ ਸਰਕਾਰਾਂ ਲਈ ਮੁਸ਼ਕਿਲ ਹੋ ਜਾਣ। ਇਹ ਰੀਸਟਰਕਚਰਿੰਗ ਦੇ ਨਾਂ ਦੇ ਰੈਸ਼ਨਲਾਈਜ਼ਿੰਗ ਦੇ ਨਾਂ ਦੇ ਉੱਪਰ ਪੋਸਟਾਂ ਖਤਮ ਕਰਨ ਲੱਗੇ ਹੋਏ ਨੇ, ਤਾਂ ਕਿ ਸਾਲ ਬਾਅਦ ਇਹ ਵੋਟਾਂ 'ਚ ਜਾ ਕੇ ਇਹ ਕਹਿ ਦੇਣ ਵੀ ਜੀ ਅਸੀਂ ਸਾਡੇ ਅਕਾਲੀ ਦਲ ਵੇਲੇ ਜਿੰਨੀਆਂ ਵੈਕੈਂਸੀਆਂ ਪਈਆਂ ਸੀਗੀਆਂ ਹੁਣ ਕੋਈ ਵੈਕੈਂਸੀ ਨਹੀਂ ਹੈਗੀ। ਕਰੋਨਾ ਕਾਲ ਤੋਂ ਬਾਅਦ ਪੰਜਾਬ ਨੂੰ ਵਿੱਤੀ ਸੰਕਟ 'ਚੋਂ ਕੱਢਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੋਂਟੇਕ ਆਹਲੂਵਾਲੀਆ ਨੂੰ ਕਿਹਾ। ਮੋਂਟੇਕ ਆਹਲੂਵਾਲੀਆ ਨੇ ਆਪਣੀ ਪਹਿਲੀ ਰਿਪੋਰਟ ਸੌਂਪੀ ਹੈ, ਜਿਸ ਵਿੱਚ ਪੰਜਾਬ ਦੇ ਪਬਲਿਕ ਥਰਮਲ ਬੰਦ ਕਰਨ ਦੀ ਗੱਲ ਕੀਤੀ ਹੈ। ਸਾਡੇ ਨਾਲ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਮੌਜੂਦ ਨੇ, ਉਹਨਾਂ ਤੋਂ ਜਾਣਦੇ ਆ ਕਿ ਕਿਸ ਤਰ੍ਹਾਂ ਇਸ ਰਿਪੋਰਟ ਨੂੰ ਦੇਖ ਰਹੇ ਨੇ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ, ਮਿਹਰਬਾਨੀ। ਕਿਸ ਤਰ੍ਹਾਂ ਇਸ ਰਿਪੋਰਟ ਨੂੰ ਸਾਰੀ ਨੂੰ ਦੇਖ ਰਹੇ ਹੋ? ਦੇਖੋ, ਇਸ ਤਰ੍ਹਾਂ ਹੈ ਕਿ ਨੋ ਡਾਊਟ ਜਦੋਂ ਦਾ ਕਰੋਨਾ ਆਇਆ ਤੇ ਉਸ ਤੋਂ ਬਾਅਦ ਸਾਰੇ ਮੁਲਕਾਂ ਦੀਆਂ ਸਾਰੀਆਂ ਸਰਕਾਰਾਂ, ਸਾਰੇ ਰਾਜ ਦੀਆਂ ਸਰਕਾਰਾਂ ਵਿੱਤੀ ਸੰਕਟ ਦੇ ਵਿੱਚੋਂ ਗੁਜ਼ਰ ਰਹੀਆਂ ਨੇ। ਤੇ ਪੰਜਾਬ ਸਰਕਾਰ ਨੇ ਜਦੋਂ ਸਰਦਾਰ ਮਨਟੇਕ ਸਿੰਘ ਆਹਲੂਵਾਲੀਆ ਜਿਹੜੇ ਕਿ ਬਹੁਤ ਰਿਨੋਨਡ ਇਕੋਨੋਮਿਸਟ ਨੇ ਤੇ ਅਸੀਂ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਹਾਂ, ਉਹਨਾਂ ਨੂੰ ਉਹਨਾਂ ਦੀ ਕਮੇਟੀ ਬਣਾਈ ਤੇ ਕਈ ਵੱਡੇ ਵੱਡੇ ਨਾਮ ਉਹਦੇ ਸ਼ਾਮਲ ਕੀਤੇ ਗਏ। ਤੇ ਇੱਕ ਸਾਨੂੰ ਵੀ ਉਮੀਦ ਸੀਗੀ ਕਿ ਸ਼ਾਇਦ ਮਨਟੇਕ ਸਿੰਘ ਆਹਲੂਵਾਲੀਆ ਜੀ ਕਿਉਂਕਿ ਬਹੁਤ ਵੱਡੇ ਇਕੋਨੋਮਿਸਟ ਨੇ, ਉਹ ਕੋਈ ਚੰਗੇ ਆਊਟ ਆਫ ਬਾਕਸ ਆਈਡੀਆਜ਼ ਨੇ ਜਿਹੜੇ ਉਹ ਦੇਣਗੇ। ਪਰ ਮੈਨੂੰ ਬੜੀ ਮਾਯੂਸੀ ਹੋਈ ਜਦੋਂ ਕੱਲ੍ਹ ਮੈਂ ਉਹ ਰਿਪੋਰਟ ਪੜ੍ਹੀ, ਜਿਸ ਦੇ ਵਿੱਚ ਉਹਨਾਂ ਨੇ ਉਹੀ ਗੱਲਾਂ ਰਿਪੀਟ ਕੀਤੀਆਂ ਨੇ ਜਿਹੜੀਆਂ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਔਰ ਮੋਦੀ ਸਰਕਾਰ ਜਿਸ ਪਾਸੇ ਵੱਲ ਚੱਲ ਰਹੀ ਹੈ ਪ੍ਰਾਈਵੇਟਾਈਜੇਸ਼ਨ ਵਾਲੇ ਪਾਸੇ, ਉਹੀ ਗੱਲਾਂ ਨੇ ਜਿਹੜੀਆਂ ਉਹਦੇ ਵਿੱਚ ਕੀਤੀਆਂ ਜਾ ਰਹੀਆਂ ਨੇ। ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੇ 2 ਥਰਮਲ ਪਾਵਰ ਪਲਾਂਟ ਨੇ ਸਰਕਾਰੀ ਖੇਤਰ ਦੇ, ਲਹਿਰਾ ਮੁਹੱਬਤ ਔਰ ਰੋਪੜ, ਉਹਨੂੰ ਬੰਦ ਕਰ ਦਿੱਤਾ ਜਾਵੇ। ਉਹਨਾਂ ਨੇ ਕਿਹਾ ਕਿ ਜਿਹੜੇ ਮੈਟਰੋਜ਼ ਨੇ ਲੁਧਿਆਣਾ, ਅੰਮ੍ਰਿਤਸਰ, ਜਲੰਧਰ, ਉੱਥੇ ਦੀ ਜਿਹੜੀ ਬਿਜਲੀ ਹੈ ਉਹ ਡਿਸਟ੍ਰੀਬਿਊਸ਼ਨ ਪ੍ਰਾਈਵੇਟ ਹੈਂਡਸ ਦੇ ਵਿੱਚ ਦੇ ਦਿੱਤੀ ਜਾਵੇ, ਵੱਡੇ ਘਰਾਣਿਆਂ ਨੂੰ, ਕਾਰਪੋਰੇਟ ਘਰਾਣਿਆਂ ਨੂੰ। ਔਰ ਸਾਰੀਆਂ ਪੰਜਾਬ ਦੀਆਂ ਆਰਥਿਕ ਪ੍ਰੋਬਲਮਾਂ ਦੀ ਜੜ ਹੈ ਜਿਹੜੀ ਉਹ ਕਿਸਾਨਾਂ ਦੀ ਜਿਹੜੀ ਮੁਫਤ ਬਿਜਲੀ ਦਿੱਤੀ ਜਾਂਦੀ ਹੈ, ਉਹਨੂੰ ਉਹਨਾਂ ਨੇ ਸਾਰੀਆਂ ਮੁਸੀਬਤਾਂ ਦੀ ਜੜ ਦੱਸਿਆ। ਮੈਨੂੰ ਹੁਣ ਇਹ ਸਮਝ ਨਹੀਂ ਆ ਰਹੀ ਹੈਗੀ ਕਿ ਜਿਹੜੀ ਇਹਨਾਂ ਨੇ ਗੱਲ ਕੀਤੀ ਹੈ ਕਿ ਕਿਸਾਨਾਂ ਦੀ ਬਿਜਲੀ ਖਤਮ ਕਰ ਦਿੱਤੀ ਜਾਵੇ, ਮੁਫਤ ਸਬਸਿਡੀ, ਤੇ ਅੱਜ ਉਹਦੇ ਵਾਸਤੇ ਕੋਈ ਆਲਟਰਨੇਟ ਹੋਰ ਤਾਂ ਦੱਸਿਆ ਨਹੀਂ ਹੈਗਾ ਕਿ ਕਿਸਾਨਾਂ ਦੀ ਬਾਂਹ ਕਿਵੇਂ ਫੜਨੀ ਹੈ। ਦੂਜੀ ਗੱਲ ਜਿਹੜੀ ਉਹ ਕਹਿੰਦੇ ਨੇ ਕਿ ਬਿਜਲੀ ਮੈਟਰੋਜ਼ ਦੀ ਤੁਸੀਂ ਪ੍ਰਾਈਵੇਟ ਹੈਂਡਸ ਵਿੱਚ ਦੇ ਦਿਓ ਡਿਸਟ੍ਰੀਬਿਊਸ਼ਨ। ਇਹੀ ਤਾਂ ਜਿਹੜਾ ਕੇਂਦਰ ਦਾ ਸੈਂਟਰਲ ਇਲੈਕਟ੍ਰਿਸਿਟੀ ਬਿੱਲ 2020 ਹੈ, ਇਹੀ ਤਾਂ ਉਹ ਕਹਿੰਦਾ ਹੈ। ਇਸੇ ਤਰੀਕੇ ਦੇ ਨਾਲ ਆਹਲੂਵਾਲੀਆ ਸਾਹਿਬ ਨੇ ਕਿਹਾ ਕਿ ਕਿਸਾਨਾਂ ਨੂੰ ਆਪਦੀ ਫਸਲ ਵੇਚਣ ਦੀ ਖੁੱਲ੍ਹੀ ਮੰਡੀ ਕਰ ਦਿੱਤੀ ਜਾਵੇ। ਇਹੀ ਜਿਹੜੇ ਕੇਂਦਰ ਦੇ 3 ਆਰਡੀਨੈਂਸਿਸ ਨੇ, ਖੇਤੀ ਆਰਡੀਨੈਂਸਿਸ, ਇਹੀ ਗੱਲ ਉਹ ਕਹਿੰਦੇ ਨੇ। ਇਹ ਕਹਿੰਦੇ ਨੇ ਕਿ ਸਾਰੀ ਚੀਜ਼ ਨੂੰ, ਹਰ ਚੀਜ਼ ਨੂੰ ਪ੍ਰਾਈਵੇਟਾਈਜ਼ ਕਰ ਦਿਓ, ਪ੍ਰਾਈਵੇਟਾਈਜੇਸ਼ਨ ਹੀ ਹਰੇਕ ਮਸਲੇ ਦਾ ਹੱਲ ਹੈ। ਦੇਖੋ, ਇਸ ਤਰ੍ਹਾਂ ਕਿ ਅਸੀਂ 100% ਪ੍ਰਾਈਵੇਟਾਈਜੇਸ਼ਨ ਦੇ ਵਿਰੋਧ ਦੇ ਵਿੱਚ ਨਹੀਂ ਹੈਗੇ, ਪਰ ਪ੍ਰਾਈਵੇਟਾਈਜੇਸ਼ਨ ਜਿੱਥੇ ਸਰਕਾਰਾਂ ਇਮਾਨਦਾਰ ਹੋਣ, ਲੀਡਰ ਇਮਾਨਦਾਰ ਹੋਣ, ਉੱਥੇ ਕਈ ਮੁਲਕਾਂ ਦੇ ਵਿੱਚ, ਕਈ ਰਾਜਾਂ ਦੇ ਵਿੱਚ ਉਹਦੀ ਪੋਜ਼ੀਟਿਵ ਉਦਾਹਰਨਾਂ ਵੀ ਦੇਖਣ ਨੂੰ ਮਿਲੀਆਂ ਨੇ। ਪਰ ਪੰਜਾਬ ਜਿਹੜਾ ਲੰਮੇ ਸਮੇਂ ਤੋਂ, ਜਿੱਥੇ ਮੈਂ ਕਹੂੰਗਾ ਕਿ ਦੁੱਧ ਦੀ ਰਾਖੀ ਬਿੱਲੇ ਬਹਿ ਜਾਂਦੇ ਨੇ, ਤੇ ਅਜਿਹੀ ਕਰਪਟ ਸਰਕਾਰਾਂ ਹੋਣ, ਇਹੋ ਜਿਹੇ ਕਰਪਟ ਲੀਡਰ ਹੋਣ ਜਿਨ੍ਹਾਂ ਦੀ ਕੋਈ ਨੀਤੀ ਔਰ ਨੀਅਤ ਨਾ ਹੋਵੇ, ਤੇ ਅਜਿਹੇ ਮੌਕੇ ਉੱਪਰ ਪ੍ਰਾਈਵੇਟਾਈਜੇਸ਼ਨ ਤੁਸੀਂ ਕਰੋਗੇ। ਹੁਣ 3 ਪ੍ਰਾਈਵੇਟ ਥਰਮਲ ਪਲਾਂਟਾਂ ਦੇ ਨਾਲ ਕੀ ਹੋਇਆ, ਉਹਨਾਂ ਦੇ ਨਾਲ ਇਹੋ ਜਿਹੇ ਐਗਰੀਮੈਂਟ ਕਰਤੇ ਕਿ ਜਿਹਦੇ ਨਾਲ ਲੀਡਰਾਂ ਦੇ ਤੇ ਅਫਸਰਾਂ ਦੇ ਘਰ ਤਾਂ ਜ਼ਰੂਰ ਭਰ ਜਾਣਗੇ 25 ਸਾਲ, ਪਰ ਪੰਜਾਬ ਹੈ ਜਿਹੜਾ ਪੰਜਾਬ ਕੰਗਾਲ ਹੋ ਜਾਊਗਾ। ਸੋ ਇਸ ਕਰਕੇ ਬਹੁਤ ਹੀ ਮੈਂ ਸਮਝਦਾ ਕਿ ਪੰਜਾਬ ਮਾਰੂ ਨੈਗੇਟਿਵ ਔਰ ਉਹੀ ਘਸੇ ਪਿਟੇ ਜਿਹੜੇ ਸੁਝਾਅ ਨੇ ਜਿਹੜੇ ਇਹਦੇ ਵਿੱਚ,
ਉਹ ਦਿੱਤੇ ਗਏ ਨੇ ਜਿਹੜੇ ਕਿ ਸਰਕਾਰਾਂ ਜਿਸ ਰਾਹ ਕੈਪਟਨ ਅਮਰਿੰਦਰ ਸਿੰਘ ਔਰ ਮੋਦੀ ਸਾਹਿਬ ਚੱਲੇ ਹੋਏ ਨੇ। ਹੋਰ ਇਹਨਾਂ ਨੇ ਬੜੀ ਇੱਕ ਇੰਟਰਸਟਿੰਗ ਗੱਲ ਮੇਰੀ ਤਾਂ ਸਮਝ ਤੋਂ ਬਾਹਰ ਹੈ, ਉਹ ਕਿਹਾ ਕਿ ਆਉਣ ਵਾਲੇ 2 ਸਾਲਾਂ ਦੇ ਵਿੱਚ ਸ਼ਰਾਬ ਦੀ ਪ੍ਰਾਈਸ ਔਰ ਉਹਦੇ ਉੱਪਰ ਟੈਕਸਿਸ ਨੇ ਜਿਹੜੇ ਉਹ ਵਧਾ ਦਿੱਤੇ ਜਾਣ। ਮੈਨੂੰ ਇਹ ਸਮਝ ਨਹੀਂ ਆਉਂਦੀ ਹੈਗੀ ਕਿ ਜਿੱਥੇ ਗੱਲ ਕਰਨੀ ਚਾਹੀਦੀ ਸੀਗੀ ਵੀ ਜਿਹੜਾ ਪੈਰਲਲ ਮਾਫੀਆ ਸ਼ਰਾਬ ਦਾ ਚੱਲ ਰਿਹਾ ਹੈ, ਜਿਹਨੇ 125 ਬੰਦੇ ਦੀ ਜਾਨ ਲੈ ਲਈ ਤੇ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਦੇ ਵਿੱਚ ਔਰ ਕੈਬਨਿਟ ਦੇ ਵਿੱਚ ਵੀ ਪੁਆੜੇ ਪਾਈ ਰੱਖੇ, ਉਹਨੂੰ ਕੰਟਰੋਲ ਕਿਵੇਂ ਕਰਨਾ ਹੈ, ਉਸ ਪੈਰਲਲ ਮਾਫੀਆ ਨੂੰ ਖਤਮ ਕਰਕੇ ਸਰਕਾਰੀ ਖਜ਼ਾਨੇ 'ਚ ਕਿਵੇਂ ਲੈ ਕੇ ਆਉਣਾ ਹੈ, ਇਹਦੇ ਬਾਰੇ ਕੋਈ ਸੁਝਾਅ ਨਹੀਂ ਹੈਗਾ। ਪਰ ਰੇਟ ਵਧਾ ਦਿਓ। ਰੇਟ ਪੰਜਾਬ ਦੇ ਸਮਗਲਿੰਗ ਹੀ ਅੱਜ ਇਸ ਕਰਕੇ ਹੋ ਰਹੀ ਹੈ ਕਿਉਂਕਿ ਜਿਹੜੀਆਂ ਨੇਬਰਿੰਗ ਸਟੇਟਸ ਨੇ, ਉਹ ਚਾਹੇ ਹਰਿਆਣਾ ਹੈ, ਉਹ ਚਾਹੇ ਚੰਡੀਗੜ੍ਹ ਹੈ, ਉੱਥੇ ਨਾਲੋਂ ਪੰਜਾਬ 'ਚ ਅੱਜ ਰੇਟ ਵੱਧ ਨੇ। ਸੋ ਇਸ ਕਰਕੇ ਬੜੇ ਮੈਨੂੰ ਤਾਂ ਇੰਪ੍ਰੈਕਟੀਕਲ ਔਰ ਇਲੌਜੀਕਲ ਪੁਆਇੰਟਸ ਨੇ ਜਿਹੜੇ ਉਹਨਾਂ ਦੀ ਰਿਪੋਰਟ ਦੇ ਵਿੱਚ ਨਜ਼ਰ ਆਏ। ਹੁਣ ਪਤਾ ਨਹੀਂ ਮੁੱਖ ਮੰਤਰੀ ਸਾਹਿਬ ਉਹਨਾਂ ਦੇ ਉੱਪਰ ਉਹਨਾਂ ਨੂੰ ਇੰਪਲੀਮੈਂਟ ਕਰਦੇ ਨੇ ਜਾਂ ਨਹੀਂ ਕਰਦੇ ਹੈਗੇ, ਸਮਝ ਤੋਂ ਬਾਹਰ ਹੈ। ਵਿਭਾਗਾਂ ਨੂੰ ਵੀ ਜਿਹੜੀ ਹੈ ਉਹ ਰਿਪੋਰਟ ਭੇਜ ਦਿੱਤੀ ਗਈ ਹੈ। ਵਿਭਾਗਾਂ ਤੋਂ ਉਸ ਉੱਪਰ ਆਪਣੇ ਜਿਹੜੇ ਤੱਥ ਮੰਗੇ ਗਏ ਵੀ ਕਿ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ। ਵਿਭਾਗਾਂ ਨੂੰ ਭੇਜ ਦਿੱਤੀ ਗਈ ਉਹ ਰਿਪੋਰਟ। ਦੇਖੋ, ਇਸ ਤਰ੍ਹਾਂ ਹੁੰਦਾ ਕਿ ਕੈਪਟਨ ਅਮਰਿੰਦਰ ਸਿੰਘ ਜੀ ਹੁਣ ਤਕਰੀਬਨ 8.5 ਸਾਲਾਂ ਦਾ ਉਹਨਾਂ ਦਾ ਐਜ਼ ਮੁੱਖ ਮੰਤਰੀ ਦਾ ਐਕਸਪੀਰੀਅੰਸ ਹੈ। ਕਈ ਵਾਰੀ MP ਰਹਿ ਲਏ, ਵਜ਼ੀਰ ਵੀ ਰਹਿ ਲਏ, ਉਹਨਾਂ ਨੂੰ ਬਹੁਤ ਲੰਬਾ ਤਜਰਬਾ ਹੈ। ਤਕਰੀਬਨ ਉਹ ਆਪ ਹੀ ਕਹਿੰਦੇ ਨੇ ਕਿ ਮੈਨੂੰ 35-40 ਸਾਲ ਪਬਲਿਕ ਲਾਈਫ ਦੇ ਵਿੱਚ ਹੋ ਗਏ। ਇਹ ਜਿਹੜੀਆਂ ਵਿਭਾਗਾਂ ਨੂੰ ਭੇਜ ਦਿੱਤੀਆਂ ਜਾਂਦੀਆਂ ਹੁੰਦੀਆਂ ਨੇ, ਇਹ ਸਿਰਫ ਔਰ ਸਿਰਫ ਇੱਕ ਫਿਊਟਾਈਲ ਐਕਸਰਸਾਈਜ਼ ਹੈ। ਇਹ ਬੇਤੁਕੀਆਂ ਐਕਸਰਸਾਈਜ਼ਸ ਨੇ। ਮੈਂ ਸਮਝਦਾ ਕਿ ਪੋਲੀਟੀਕਲ ਵਿਲ ਪਾਵਰ, ਇਹ ਪੋਲੀਟੀਕਲ ਬੰਦੇ ਨੇ, CM ਨੇ, ਪੋਲੀਟੀਕਲ ਲੀਡਰਸ਼ਿਪ ਨੇ ਡਿਸਾਈਡ ਕਰਨਾ ਹੁੰਦਾ ਹੈ ਕਿ ਅਸੀਂ ਸਟੇਟ ਨੂੰ ਦਿਸ਼ਾ ਔਰ ਦਸ਼ਾ ਕਿਹੜੀ ਦਿਖਾਉਣੀ ਹੈ ਔਰ ਕਿਹੜੇ ਪਾਸੇ ਵੱਲ ਲੈ ਕੇ ਜਾਣਾ ਹੁੰਦਾ ਹੈ। ਇਹਦੇ 'ਚ ਹੈ ਕਿ 74 ਪੇਜਾਂ ਦੀ ਰਿਪੋਰਟ ਹੈ, ਇਹਨੂੰ ਘੰਟੇ 'ਚ ਪੜ੍ਹ ਲਓ, ਤੁਹਾਨੂੰ ਤੱਥ ਸਾਹਮਣੇ ਆ ਜਾਣਗੇ। ਹੁਣ ਵਿਭਾਗਾਂ ਨੂੰ ਜਿਨ੍ਹਾਂ ਨੂੰ ਭੇਜੋਗੇ, ਉੱਥੇ ਵੀ ਬਾਊ ਬੈਠੇ ਨੇ, ਬਾਊ ਵੀ ਉਹੀ ਸੁਝਾਅ ਦੇਣਗੇ, ਅਫਸਰ ਬਿਊਰੋਕ੍ਰੇਸੀ ਵੀ ਉਹੀ ਸੁਝਾਅ ਦੇਊਗੀ ਜਿਹੜੇ ਕਿ ਕੈਪਟਨ ਅਮਰਿੰਦਰ ਸਿੰਘ ਜੀ ਸੁਣਨਾ ਚਾਹੁੰਦੇ ਹੋਣਗੇ। ਸੋ ਇਸ ਕਰਕੇ ਉਹ ਚਲਾਉਣਾ ਚਾਹੁੰਦੇ ਨੇ, ਚੱਲਣਾ ਚਾਹੁੰਦੇ ਨੇ ਮੁੱਖ ਮੰਤਰੀ ਸਾਹਿਬ ਮੋਦੀ ਸਾਹਿਬ ਵਾਲੇ ਰਾਹ, ਪ੍ਰਾਈਵੇਟਾਈਜੇਸ਼ਨ ਵਾਲੇ ਪਾਸੇ। ਉਹ ਚਾਹੇ ਖੇਤੀ ਆਰਡੀਨੈਂਸਿਸ ਨੇ ਤੇ ਚਾਹੇ ਬਿਜਲੀ ਇਲੈਕਟ੍ਰਿਸਿਟੀ ਅਮੈਂਡਮੈਂਟ ਐਕਟ ਹੈ, ਚੱਲਣਾ ਉਸ ਰਾਹ ਚਾਹੁੰਦੇ ਨੇ। ਪਰ ਮੋਢਾ ਉਹ ਕਦੇ ਮਨਟੇਕ ਸਿੰਘ ਆਹਲੂਵਾਲੀਆ ਜੀ ਦਾ ਭਾਲਦੇ ਨੇ ਤੇ ਕਦੇ ਆਪਦੇ ਵਿਭਾਗੀ ਅਫਸਰਾਂ ਦਾ ਭਾਲਦੇ ਨੇ। ਜਾਂ ਤਾਂ ਸਪਸ਼ਟ ਕਰਨਾ ਕਿ ਮੈਂ ਤਾਂ ਇਹ ਕਰੂੰਗਾ, ਪੰਜਾਬ ਦੇ ਲੋਕ ਆਪਦੇ ਨੇ, ਜਾਂ ਸਪਸ਼ਟ ਕਰਨ ਕਿ ਮੈਨੂੰ ਤਾਂ ਇਹ ਮਨਜ਼ੂਰ ਨਹੀਂ ਹੈ, ਮੈਂ ਤਾਂ ਆਪਦੇ ਪੰਜਾਬ ਦੇ ਲੋਕਾਂ ਨਾਲ ਜਿਹੜਾ ਮੈਨੀਫੈਸਟੋ ਦੇ ਵਿੱਚ ਵਾਅਦੇ ਕੀਤੇ ਸੀਗੇ ਔਰ ਜਿਹਨੂੰ ਰਿਲੀਜ਼ ਡਾਕਟਰ ਮਨਮੋਹਨ ਸਿੰਘ ਜੀ ਉਹਨਾਂ ਨੇ ਕੀਤਾ ਸੀਗਾ, ਮੈਂ ਉਹਦੇ ਮੁਤਾਬਕ ਚੱਲਣਾ। ਸੋ ਦੋਨਾਂ ਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ, ਕਰਨੀ ਔਰ ਕਥਨੀ ਦੇ ਵਿੱਚ। ਸੋ ਇਸ ਕਰਕੇ ਇਹ ਸਿਰਫ ਔਰ ਸਿਰਫ ਫਾਰਮੈਲਿਟੀਜ਼ ਵਿਭਾਗਾਂ ਨੂੰ ਭੇਜ ਦਿਓ ਤਾਂ ਘੰਟੇ ਦੇ ਵਿੱਚ ਕਲੈਰਿਟੀ ਹੋ ਜਾਣੀ ਚਾਹੀਦੀ ਹੈ ਕਿ ਕੀ ਕਰਨਾ ਚਾਹੀਦਾ ਤੇ ਕੀ ਨਹੀਂ ਕਰਨਾ ਚਾਹੀਦਾ ਹੈਗਾ। ਮੈਂ ਥਰਮਲ ਤੇ ਆਉਂਗਾ। ਥਰਮਲ ਮਨਟੇਕ ਸਿੰਘ ਆਹਲੂਵਾਲੀਆ ਦਾ ਕਹਿਣਾ ਹੈ ਕਿ ਥਰਮਲ ਹੈ ਜਿਹੜੇ ਆਪਣੀ ਮਿਆਦ ਪੂਰੀ ਕਰ ਚੁੱਕੇ ਹੈ, ਜਿਸ ਕਰਕੇ ਉਸ ਨੂੰ ਬੰਦ ਕਰਨਾ ਜ਼ਰੂਰੀ ਹੈ ਤੇ ਬਿਜਲੀ ਮਹਿੰਗੀ ਪੈ ਰਹੀ ਹੈ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਜਿਹੜੇ ਕਿਸਾਨਾਂ ਨੂੰ ਸੋਲਰ ਊਰਜਾ ਦੇ ਟਿਊਬਵੈੱਲ ਲਗਾਉਣੇ ਚਾਹੀਦੇ ਆ। ਮੈਂ ਉਹੀ ਤਾਂ ਗੱਲ ਮੈਂ ਕਹਿ ਰਿਹਾ ਨਾ ਜੀ, ਜਿਹੜੇ ਹੁਣ ਤੁਹਾਡੇ ਦੋ ਉਹਨਾਂ ਨੇ ਕਿਹਾ ਕਿ ਆਪਦੀ ਲਾਈਫ ਹੈ ਜਿਹੜੀ ਉਹ ਪੂਰੀ ਕਰ ਚੁੱਕੇ, ਰੋਪੜ ਔਰ ਲਹਿਰਾ ਮੁਹੱਬਤ। ਹੁਣ ਇਸ ਤੋਂ ਪਹਿਲਾਂ ਬਠਿੰਡਾ ਨੂੰ ਆਲਰੇਡੀ ਬੰਦ ਕਰ ਚੁੱਕੇ। ਬਠਿੰਡਾ ਥਰਮਲ ਪਾਵਰ ਪਲਾਂਟ ਦੀ ਇੱਕ 60 ਮੈਗਾਵਾਟ ਦੀ ਉਹਨੂੰ ਬਾਇਓਮਾਸ ਦੇ ਉੱਪਰ ਯਾਨੀ ਕਿ ਪਰਾਲੀ ਦੇ ਉੱਪਰ ਚਲਾਉਣ ਦੀ ਪ੍ਰਪੋਜ਼ਲ ਪਿਛਲੇ 2 ਸਾਲਾਂ ਤੋਂ ਪੰਜਾਬ ਦੀ ਕੈਬਨਿਟ ਕੋਲੇ ਪੈਂਡਿੰਗ ਪਈ ਹੈ। ਉਹਦੇ ਉੱਪਰ ਕਾਰਵਾਈ ਕੋਈ ਕੀਤੀ ਨਹੀਂ ਹੈਗੀ, ਉਹਨੂੰ ਡਸਟਬਿਨ 'ਚ ਸਿੱਟ ਰੱਖਿਆ ਤੇ ਉਹਨੂੰ ਹੁਣ ਬਠਿੰਡੇ ਦੇ ਨੂੰ ਥਰਮਲ ਪਾਵਰ ਪਲਾਂਟ ਨੂੰ ਢਾਉਣ ਵਾਸਤੇ ਇਹਨਾਂ ਨੇ ਪ੍ਰੋਸੈਸ ਹੈ ਜਿਹੜਾ ਸ਼ੁਰੂ ਕਰਤਾ। 20 ਤਰੀਕ ਨੂੰ ਉਹਦੀ ਟੈਂਡਰਿੰਗ ਹੋਣੀ ਹੈ। ਮੈਂ ਕਹਿੰਦਾ ਜੇ ਆਪਦੀ ਉਮਰ ਪੁਗਾ ਵੀ ਚੁੱਕੇ ਕੋਈ ਗੱਲ ਨਹੀਂ, ਤੁਸੀਂ ਪੰਜਾਬ ਦੇ ਵਿੱਚ ਹਰ ਸਾਲ 2 ਕਰੋੜ ਟਨ ਪਰਾਲੀ ਹੁੰਦੀ ਹੈ, ਬਾਇਓਮਾਸ ਇਕੱਠਾ ਹੁੰਦਾ ਹੈ ਕਣਕ ਔਰ ਝੋਨੇ ਦੇ ਵਿੱਚੋਂ। ਉਹ ਇਹ ਜਿਹੜੇ ਤੁਸੀਂ ਤਿੰਨੇ ਥਰਮਲ ਪਾਵਰ, ਹੁਣ ਇੱਕ ਪਲਾਂਟ ਹੈ ਜਿਹੜਾ 60 ਮੈਗਾਵਾਟ ਦਾ, ਜਿਹਦੇ ਕਿ ਕੇਂਦਰ ਸਰਕਾਰ ਨੇ ਵੀ ਕਿਹਾ ਵੀ ਅਸੀਂ 150 ਕਰੋੜ ਦੇਣ ਨੂੰ ਤਿਆਰ ਹਾਂ। ਉਹ 45 ਪਿੰਡਾਂ ਦੀ ਪਰਾਲੀ ਹੈ, ਉਹ ਇੱਕ ਯੂਨਿਟ ਹੈ ਜਿਹੜਾ 60 ਮੈਗਾਵਾਟ ਦਾ, ਉਹ ਸੰਭਾਲ ਸਕਦਾ ਹੈ। ਏਸ਼ੀਆ ਦਾ ਸਭ ਤੋਂ ਵੱਡਾ ਬਾਇਓਮਾਸ ਪਰਾਲੀ ਦੇ ਉੱਪਰ ਚੱਲਣ ਵਾਲਾ ਉਹ ਸਭ ਤੋਂ ਵੱਡਾ ਪ੍ਰੋਜੈਕਟ ਹੈ, ਉਹ ਬਣ ਸਕਦਾ ਹੈ। ਪੈਸਾ ਕੋਈ ਲੱਗਣਾ ਨਹੀਂ ਤੇ ਪਰਾਲੀ ਜੇ ਸਮਝੇ, ਪ੍ਰਦੂਸ਼ਣ ਜੇ ਸਮਝੇ, ਇਹਨੂੰ ਤੁਸੀਂ ਹੁਣ 60x4 ਕਰੋ, ਯਾਨੀ ਕਿ 240 ਮੈਗਾਵਾਟ ਤੁਸੀਂ ਬਠਿੰਡੇ ਚਲਾ ਸਕਦੇ ਹੋ। ਇਸੇ ਤਰੀਕੇ ਨਾਲ ਤੁਸੀਂ ਜੇ ਲਹਿਰੇ ਮੁਹੱਬਤ ਔਰ ਰੋਪੜ ਨੂੰ ਤੁਸੀਂ ਬੰਦ ਕਰਨਾ ਤਾਂ ਠੀਕ ਹੈ, ਪਰ ਵਾਟ ਨੈਕਸਟ, ਤੁਹਾਡਾ ਹੋਰ ਅੱਗੇ ਪਲਾਨ ਕੀ ਹੈ, ਉਹਦੇ ਬਾਰੇ ਵੀ ਤਾਂ ਸੁਜੈਸਟ ਕਰੋ। ਜਿਹੜਾ ਉਹ ਉੱਥੋਂ ਦੇ ਬੋਰਡ ਆਫ ਡਾਇਰੈਕਟਰਸ ਨੇ ਭੇਜੇ ਨੂੰ 2 ਸਾਲ ਹੋ ਗਏ, ਉਹਦੇ ਬਾਰੇ ਕੁਝ ਕਾਰਵਾਈ ਕਰਦੇ ਨਹੀਂ ਹੈਗੇ। ਹਾਂ, ਢਾਹ ਦੋ ਚਿਮਨੀਆਂ, ਝੀਲਾਂ ਬੰਦ ਕਰ ਦੋ ਤੇ ਮੁੜ ਕੇ ਉਹ ਕਹਿੰਦੇ ਸਨਅਤੀ ਪਾਰਕ ਜਿਹੜੇ ਉੱਥੇ ਬਣਾਉਣੇ, ਸਨਅਤੀ ਪਾਰਕ ਜੋ ਰੋਜ਼ਗਾਰ ਲੋਕਾਂ ਨੂੰ ਮਿਲੂਗਾ ਉਹਦੇ ਨਾਲ।
ਸਨਅਤੀ ਪਾਰਕ ਵਾਸਤੇ ਜੀ ਪੰਜਾਬ ਦੇ ਵਿੱਚ ਜਿੰਨਾ ਫੋਕਲ ਪੁਆਇੰਟਾਂ ਦੇ ਵਿੱਚ ਜਿੰਨਾ ਇੰਡਸਟਰੀਅਲ ਪੁਆਇੰਟਾਂ ਦੇ ਵਿੱਚ ਆਲਰੇਡੀ ਜਿਹੜੀਆਂ ਜ਼ਮੀਨਾਂ ਪਈਆਂ ਨੇ ਉਹ ਕਿਉਂ ਨਹੀਂ ਯੂਜ਼ ਹੋ ਸਕਦੀਆਂ ਹੈਗੀਆਂ। ਪੰਜਾਬ ਦੇ ਵਿੱਚੋਂ ਪਿਛਲੇ ਸਮੇਂ ਦੇ ਵਿੱਚ 20,000 ਦੇ ਕਰੀਬ ਇੰਡਸਟਰੀ ਹੈ ਜਿਹੜੀ ਉਹ ਬਾਹਰ ਪਲਾਨ ਕਰ ਗਈ। ਉਹਨਾਂ ਨੂੰ ਵਾਪਸ ਲੈ ਕੇ ਆਉਣ ਵਾਸਤੇ ਸਰਕਾਰ ਨੇ ਕੀ ਕੀਤਾ? ਇੰਡਸਟਰੀ ਦੀ ਕੋਈ ਪਾਲਿਸੀ ਤਾਂ ਹੋਵੇ। ਇੱਥੋਂ ਦੇ ਜਿਹੜੇ ਵੱਡੇ ਇੰਡਸਟਰੀ ਨੇ, ਚਾਹੇ ਉਹ ਓਸਵਾਲਜ਼ ਨੇ, ਚਾਹੇ ਉਹ ਟਰਾਈਡੈਂਟ ਨੇ, ਉਹ ਤਾਂ ਬਾਹਰਲੀਆਂ ਸਟੇਟਾਂ ਦੇ ਵਿੱਚ ਜਾਈ ਜਾਂਦੇ ਨੇ। ਸੋ ਇਸ ਕਰਕੇ ਇਹ ਇਲੌਜੀਕਲ ਬੇਤੁਕੀਆਂ ਗੱਲਾਂ ਨੇ। ਇੰਡਸਟਰੀਅਲ ਪਾਰਕ ਕਹਿਣ ਨੂੰ ਹੈ, ਮੁੜ ਕੇ ਤਾਂ ਇਹਨਾਂ ਨੇ ਪਲਾਟ ਕੱਟ ਕੇ ਉਹ ਭੂ ਮਾਫੀਆ ਦੇ ਜ਼ਰੀਏ ਉਹ ਵੇਚਣਾ ਹੀ ਹੈ, ਖਾਣਾ ਹੀ, ਉਹਨਾਂ ਨੂੰ ਹੋਰ ਕੱਖ ਨਹੀਂ ਕਰਨਾ ਹੈਗਾ। ਆਮ ਆਦਮੀ ਪਾਰਟੀ ਜਿਹੜਾ ਇਸ ਦਾ ਕਿਸ ਤਰ੍ਹਾਂ ਵਿਰੋਧ ਕਰੂਗੀ? ਸੜਕਾਂ 'ਤੇ ਜਾਊਗੀ ਜਾਂ ਵਿਧਾਨ ਸਭਾ 'ਚ ਵਿਰੋਧ ਕੀਤਾ ਜਾਊਗਾ? ਦੇਖੋ ਇਸ ਤਰ੍ਹਾਂ ਕਿ ਹਜੇ ਤਾਂ ਕੱਲ੍ਹ ਹੀ ਉਹ ਰਿਪੋਰਟ ਪਬਲਿਕ ਹੋਈ ਹੈ ਤੇ ਅਸੀਂ ਉਹ ਰਿਪੋਰਟ ਪੜ੍ਹ ਕੇ ਉਹ 'ਤੇ ਇਮੀਡੀਏਟਲੀ ਰਿਐਕਟ ਕੀਤਾ। ਹੁਣ ਸਰਕਾਰ ਦੇ ਵਿਭਾਗ ਜਿਹੜੇ ਕਿ ਸਿਰਫ ਔਰ ਸਿਰਫ ਇੱਕ ਫਾਰਮੈਲਿਟੀ ਹੈ, ਉਹ ਕੀ ਕਹਿੰਦੇ ਨੇ ਉਹਦਾ ਆਉਣ ਵਾਲੇ ਦਿਨਾਂ 'ਚ ਪਤਾ ਲੱਗ ਜਾਏਗਾ। ਤੇ ਅਸੀਂ ਹੁਣ ਸੈਸ਼ਨ ਆ ਰਿਹਾ, ਉਹਦੇ ਵਿੱਚ ਵੀ ਸਰਕਾਰ ਨਾਲ ਗੱਲ ਕਰਾਂਗੇ, ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿ ਪਹਿਲਾਂ ਤਾਂ ਅਕਾਲੀ 10 ਸਾਲ ਪੰਜਾਬ ਨੂੰ ਲੁੱਟਦੇ ਤੇ ਕੁੱਟਦੇ ਰਹੇ, ਹੁਣ 4 ਕਦਮ ਗਾਂਹ ਹੋ ਕੇ ਤੁਸੀਂ ਲੁੱਟਣ ਲੱਗੇ ਹੋਏ ਹੋ। ਇਹ ਕੰਮ ਨਾ ਕਰੋ ਜੇ ਪੰਜਾਬ ਦੀ ਆਉਣ ਵਾਲੀ ਪੀੜ੍ਹੀ ਬਚਾਉਣੀ ਹੈ, ਜੇ ਪੰਜਾਬ ਦੀ ਇਕਨੋਮੀ ਨੂੰ ਬਚਾਉਣਾ ਹੈ। ਸਮਝ ਗਏ ਤਾਂ ਠੀਕ ਹੈ, ਨਹੀਂ ਫਿਰ ਸੰਘਰਸ਼ ਕਰਾਂਗੇ। ਉਹ ਤਾਂ ਸਾਡਾ ਬਰਥ ਰਾਈਟ ਹੈਗਾ ਹੀ ਐਜ਼ ਪ੍ਰਿੰਸੀਪਲ ਆਪੋਜੀਸ਼ਨ ਪਾਰਟੀ ਹੋਣ ਦੇ ਨਾਤੇ। ਸੋ ਇਹ ਜੇ ਪਹਿਲੇ ਸਟੈਪ ਵਾਈਜ਼ ਚੱਲਾਂਗੇ। ਇਹ ਨਹੀਂ ਕਰਨਾ ਹੈਗਾ ਕਿ ਅਸੀਂ ਕੋਈ ਸਿਰਫ ਔਰ ਸਿਰਫ ਆਪਦੀ ਰਾਜਨੀਤੀ ਉਹ ਚਮਕਾਉਣੀ ਹੈ। ਰਾਜਨੀਤੀ ਚਮਕਾਉਣਾ ਬਾਅਦ ਦੀ ਗੱਲ ਹੈ, ਪਰ ਪੰਜਾਬ ਨੂੰ ਬਚਾਉਣ ਦੀ ਜਿਹੜੀ ਪ੍ਰਾਥਮਿਕਤਾ ਹੈ, ਪਹਿਲ ਹੈ ਜਿਹੜੀ, ਉਹ ਸਰਕਾਰ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ। ਸਮਝ ਗਏ ਤਾਂ ਠੀਕ ਹੈ, ਨਹੀਂ ਸਮਝੇ ਤਾਂ ਸੰਘਰਸ਼ ਪਹਿਲਾਂ ਵੀ ਕਰਦੇ ਰਹੇ ਤੇ ਹੁਣ ਵੀ ਕਰਾਂਗੇ। ਇੱਕ ਹੋਰ ਜਿਹੜੀ ਪੰਜਾਬ ਸਰਕਾਰ ਨੇ 40,000 ਅਸਾਮੀਆਂ ਖਾਲੀ ਪਈਆਂ ਸੀ ਬਿਜਲੀ ਵਿਭਾਗ 'ਚ, ਉਹ ਖਤਮ ਕਰਨ ਦੀ ਜਿਹੜੀ ਹਰੀ ਝੰਡੀ ਦੇਤੀ ਹੈ, ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਉਹ ਕਹਿੰਦੇ ਨਾ ਕਿ ਹਾਥੀ ਕੇ ਦਾਂਤ ਖਾਣੇ ਕੇ ਔਰ ਦਿਖਾਣੇ ਕੇ ਔਰ। ਇਹ ਉਹੀ ਮੁੱਖ ਮੰਤਰੀ ਮਹਾਰਾਜਾ ਅਮਰਿੰਦਰ ਸਿੰਘ ਨੇ ਜਿਨ੍ਹਾਂ ਨੇ ਆਪਣੇ ਮੈਨੀਫੈਸਟੋ 'ਚ ਵਾਅਦਾ ਕੀਤਾ ਸੀ ਕਿ ਅਸੀਂ ਘਰ ਘਰ ਨੌਕਰੀ ਦੇ ਦਾਂਗੇ। ਹੁਣ ਘਰ ਘਰ ਨੌਕਰੀ ਤਾਂ ਕੀ ਦੇਣੀ ਸੀਗੀ, ਤੇ ਹੁਣ ਉਸ ਰਾਹ ਪੈ ਗਏ ਕਿ ਜਿਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਿਸੇ ਨੂੰ ਨੌਕਰੀਆਂ ਦੇਣੀਆਂ ਸਰਕਾਰਾਂ ਲਈ ਮੁਸ਼ਕਿਲ ਹੋ ਜਾਣ। ਇਹ 40,000 ਇਹ ਕਹਿੰਦੇ ਨੇ ਪਾਵਰਕਾਮ ਦੇ ਵਿੱਚੋਂ ਅਸੀਂ ਪੋਸਟਾਂ ਹੀ ਖਤਮ ਕਰ ਦਾਂਗੇ ਤਾਂ ਕਿ ਕੋਈ ਭਾਰੀ ਨਾ ਸਕੇ। ਉਸ ਤੋਂ ਇਲਾਵਾ 8500 ਇਹਨਾਂ ਨੇ ਪਹਿਲਾਂ ਵਾਟਰ ਰਿਸੋਰਸਿਸ ਦੇ ਵਿੱਚ ਖਤਮ ਕਰ ਦਿੱਤੀਆਂ। 2500 ਦੇ ਕਰੀਬ ਨੇ ਜਿਹੜੀਆਂ ਉਹ ਐਗਰੀਕਲਚਰ ਡਿਪਾਰਟਮੈਂਟ ਦੇ ਵਿੱਚੋਂ ਸਿਫਾਰਸ਼ਾਂ ਕਰਤੀਆਂ। ਇਹ ਰੀਸਟਰਕਚਰਿੰਗ ਦੇ ਨਾਂ ਦੇ ਰੈਸ਼ਨਲਾਈਜ਼ਿੰਗ ਦੇ ਨਾਂ ਦੇ ਉੱਪਰ ਪੋਸਟਾਂ ਖਤਮ ਕਰਨ ਲੱਗੇ ਹੋਏ ਨੇ ਤਾਂ ਕਿ ਸਾਲ ਬਾਅਦ ਇਹ ਵੋਟਾਂ 'ਚ ਜਾ ਕੇ ਇਹ ਕਹਿ ਦੇਣ ਵੀ ਜੀ ਅਸੀਂ ਸਾਡੇ ਅਕਾਲੀ ਦਲ ਵੇਲੇ ਜਿੰਨੀਆਂ ਵੈਕੈਂਸੀਆਂ ਪਈਆਂ ਸੀਗੀਆਂ ਹੁਣ ਕੋਈ ਵੈਕੈਂਸੀ ਨਹੀਂ ਹੈਗੀ। ਇੱਕ ਤਰੀਕਾ ਸੀਗਾ ਭਰਨ ਦਾ, ਦੂਜਾ ਹੈਗਾ ਪੋਸਟਾਂ ਐਬੋਲਿਸ਼ ਕਰਨ ਦਾ। ਇਹ ਪੁੱਠੇ ਰਾਹ ਪਏ ਹੋਏ ਨੇ, ਗਲਤ ਰਾਹ ਪਏ ਹੋਏ ਨੇ, ਜਿਹੜਾ ਕਿ ਬਿਲਕੁਲ ਗਲਤ ਹੈ ਔਰ ਸਾਨੂੰ ਇਹ ਐਕਸੈਪਟੇਬਲ ਨਹੀਂ ਹੈਗਾ। ਜੇ ਇਹ ਕਰ ਦਿੰਦੇ ਨੇ, ਹੁਣ ਤਾਂ ਜੇ ਫੈਸਲੇ ਹੋ ਰਹੇ ਨੇ, ਸਰਕਾਰ ਦੇਖਦੇ ਕਿ ਆਉਣ ਵਾਲੇ ਦਿਨਾਂ 'ਚ ਕੀ ਫੈਸਲਾ ਲੈਂਦੀ ਹੈ, ਪਰ ਜੇ ਇਹ ਕਰਦੇ ਨੇ ਤਾਂ ਮੈਂ ਸਮਝਦਾ ਕਿ ਪੰਜਾਬ ਲਈ ਬਹੁਤ ਘਾਤਕ ਸਿੱਧ ਹੋਊਗਾ। ਤੇ ਆਮ ਆਦਮੀ ਪਾਰਟੀ ਦੀ ਸਰਕਾਰ 2022 ਦੇ ਵਿੱਚ ਬਣਨ ਤੋਂ ਬਾਅਦ ਇਹਨਾਂ ਪੋਸਟਾਂ ਨੂੰ ਦੁਬਾਰਾ ਰਿਵਾਈਵ ਕੀਤਾ ਜਾਊਗਾ, ਦੁਬਾਰਾ ਪੈਦਾ ਕੀਤਾ ਜਾਊਗਾ। ਪੋਸਟਾਂ ਇਹ ਕ੍ਰੀਏਟ ਕੀਤੀਆਂ ਜਾਣਗੀਆਂ ਤੇ ਪੰਜਾਬ ਦੇ ਜਿਹੜੇ ਨੌਜਵਾਨ ਬੱਚੇ ਨੇ, ਮੁੰਡੇ ਕੁੜੀਆਂ ਨੇ, ਉਹਨਾਂ ਨੂੰ ਇਹਨਾਂ ਸਰਕਾਰੀ ਨੌਕਰੀਆਂ ਦੇ ਉੱਪਰ ਭਰਤੀ ਕੀਤਾ ਜਾਏਗਾ। ਇਸ ਹਨ ਸੁਨਾਮ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ, ਜਿਨ੍ਹਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਮੋਂਟੇਕ ਸਿੰਘ ਆਹਲੂਵਾਲੀਆ ਦੀ ਜੋ ਰਿਪੋਰਟ ਹੈ ਉਸ ਦਾ ਪੁਰਜ਼ੋਰ ਵਿਰੋਧ ਕਰੇਗੀ। ਕੈਮਰਾਮੈਨ ਅਮਿਤ ਦੇ ਨਾਲ ਆਸ਼ੂ ਅਨੇਜਾ, ਸਕਾਈ ਨਿਊਜ਼ ਪੰਜਾਬ।